ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਹਾਊਸਿੰਗ ਮਾਰਕੀਟ ਦੇ ਮੌਜੂਦਾ ਬੋਝ ਨੂੰ ਘੱਟ ਕਰਨ ਲਈ ਫੈਡਰਲ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਤੇ ਕਰ ਰਹੀ ਹੈ ਵਿਚਾਰ। ਸ਼ੌਨ ਫਰੇਜ਼ਰ ਮੁਤਾਬਕ ਅਜਿਹਾ ਵਿਦਿਆਰਥੀਆਂ ਦੀ ਸੌਖ ਲਈ ਕੀਤਾ ਜਾ ਰਿਹਾ ਹੈ। ਗ੍ਰੀਨ ਬੈਲਟ ਰਿਪੋਰਟ 'ਚ ਦੋਸ਼ ਲੱਗਣ ਤੋਂ ਬਾਅਦ ਓਨਟਾਰੀਓ ਦੇ ਹਾਊਸਿੰਗ ਮਿਨਿਸਟਰ ਦੇ ਚੀਫ ਆਫ ਸਟਾਫ ਵੱਲੋਂ ਅਸਤੀਫਾ, ਪ੍ਰੀਮੀਅਰ ਦੇ ਆਫਿਸ ਵੱਲੋਂ ਕੀਤੀ ਗਈ ਪੁਸ਼ਟੀ। ਕੈਨੇਡਾ ਸਰਕਾਰ ਨੇ ਅਮਰੀਕਾ ਵੱਲੋਂ ਕੈਨੇਡੀਅਨ ਸਾਫਟਵੁੱਡ ਲੰਬਰ ਤੇ ਡਿਊਟੀ ਲਗਾਉਣ ਦੇ ਤਾਜ਼ਾ ਫੈਸਲੇ ਦਾ ਕੀਤਾ ਵਿਰੋਧ। ਕੈਨੇਡਾ ਨੇ ਅਮਰੀਕਾ ਵੱਲੋਂ ਡਿਊਟੀਆਂ ਲਾਉਣ ਦੇ ਫੈਸਲੇ ਨੂੰ ਅਣਉਚਿਤ, ਗੈਰ ਵਾਜਬ ਤੇ ਗੈਰ ਕਾਨੂੰਨੀ ਕਿਹਾ। 3 ਟੀਨੇਜਰਸ ਨੇ ਰਿਚਮੰਡ ਹਿੱਲ ਫੋਨ ਸਟੋਰ ਨੂੰ ਬਣਾਉਟੀ ਹੈਂਡਗਨ ਵਿਖਾ ਕੇ ਲੁੱਟਿਆ। ਭੱਜਣ ਦੀ ਕੋਸ਼ਿਸ਼ ਕਰਦੇ ਹੋਇਆਂ ਉਹਨਾਂ ਦੀ ਚੋਰੀ ਦੀ ਗੱਡੀ 2 ਵਾਰ ਹੋਈ ਹਾਦਸਾਗ੍ਰਸਤ। ਕੈਨੇਡਾ ਦੇ ਹਾਊਸਿੰਗ ਮਿਨਿਸਟਰ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਹਾਊਸਿੰਗ ਮਾਰਕੀਟ ਤੇ ਮੌਜੂਦਾ ਬੋਝ ਨੂੰ ਘੱਟ ਕਰਨ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਤੇ ਵਿਚਾਰ ਕਰ ਰਹੀ ਹੈ। ਹਾਊਸਿੰਗ, ਇਨਫਰਾਸਟ੍ਰਕਚਰ ਐਂਡ ਕਮਿਊਨਿਟੀਜ਼ ਮਿਨਿਸਟਰ ਸ਼ੌਨ ਫਰੇਜ਼ਰ ਨੇ ਸੋਮਵਾਰ ਨੂੰ ਸ਼ਾਰਲੇਟ ਟਾਊਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਮੈਨੂੰ ਲੱਗਦਾ ਹੈ ਕਿ ਇਹ ਉਹਨਾਂ ਵਿਕਲਪਾਂ 'ਚੋਂ ਇੱਕ ਹੈ ਜਿਸ ਬਾਰੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ ਕੈਨੇਡਾ 'ਚ 8 ਲੱਖ ਅੰਤਰਰਾਸ਼ਟਰੀ ਵਿਦਿਆਰਥੀ ਪਹੁੰਚੇ ਨੇ। ਫਰੇਜ਼ਰ, ਜੋ ਕਿ ਕੈਬਨਿਟ 'ਚ ਫੇਰਬਦਲ ਤੋਂ ਪਹਿਲਾਂ ਖੁਦ ਇਮੀਗ੍ਰੇਸ਼ਨ ਮਿਨਿਸਟਰ ਸਨ, ਨੇ ਕਿਹਾ ਕਿ ਉਹ ਇਹ ਪਤਾ ਲਗਾਉਣ ਲਈ ਵਿਦਿਆਰਥੀ ਤੇ ਵਿਦਿਅਕ ਅਦਾਰਿਆਂ ਨਾਲ ਵਿਚਾਰ ਵਟਾਂਦਰਾ ਕਰਨਗੇ ਕਿ ਕਿਰਾਏ ਵਾਲੀਆਂ ਰਿਹਾਇਸ਼ਾਂ ਦੀ ਘਾਟ 'ਚ ਵਿਦਿਆਰਥੀਆਂ ਲਈ ਰਹਿਣ ਦੀ ਜਗ੍ਹਾ ਲੱਭਣਾ ਸੌਖਾ ਬਣਾਉਣ ਲਈ ਕੀ ਕੀਤਾ ਜਾ ਸਕਦਾ ਹੈ। ਕੈਨੇਡਾ ਦੇ ਨਵੇਂ ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਦਾ ਕਹਿਣਾ ਹੈ ਕਿ ਰਿਹਾਇਸ਼ ਦੀ ਵੱਧਦੀ ਲਾਗਤ ਦੇ ਦਬਾਅ ਹੇਠ ਕੈਨੇਡੀਅਨ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਸੀਮਾ ਤੈਅ ਕਰਨ ਤੇ ਵਿਚਾਰ ਕਰ ਸਕਦਾ ਹੈ। ਕੈਨੇਡਾ 'ਚ ਕੌਮਾਂਤਰੀ ਵਿਦਿਆਰਥੀਆਂ ਦਾ ਅੰਕੜਾ ਹਾਲ ਹੀ ਦੇ ਸਾਲਾਂ 'ਚ ਕਾਫੀ ਵਧਿਆ ਹੈ। ਅਧਿਕਾਰਕ ਅੰਕੜਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਸਾਲ 2022 'ਚ ਸਰਗਰਮ ਵੀਜ਼ਾ ਵਾਲੇ 8 ਲੱਖ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਸਨ, ਜੋ ਕਿ ਸਾਲ 2012 'ਚ 2,75,000 ਤੋਂ ਵੱਧ ਸੀ। ਕੈਨੇਡਾ ਨੇ ਪਿਛਲੇ ਦਹਾਕੇ 'ਚ ਕੌਮਾਂਤਰੀ ਵਿਦਿਆਰਥੀਆਂ 'ਚ ਕਾਫੀ ਤੇਜ਼ੀ ਨਾਲ ਪ੍ਰਸਿੱਧੀ ਹਾਸਲ ਕੀਤੀ ਹੈ, ਕਿਉਂਕਿ ਦੇਸ਼ ਨੇ ਇਮੀਗ੍ਰੇਸ਼ਨ ਨਿਯਮਾਂ 'ਚ ਥੋੜ੍ਹੀ ਢਿੱਲ ਦਿਖਾਈ ਤੇ ਇੱਥੇ ਵਰਕ ਪਰਮਿਟ ਹਾਸਲ ਕਰਨਾ ਕਾਫੀ ਸੌਖਾ ਹੈ। ਫਰੇਜ਼ਰ, ਜਿਹੜੇ ਕਿ ਹਾਊਸਿੰਗ ਮੰਤਰੀ ਬਣਨ ਤੋਂ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਸਨ, ਨੇ ਪ੍ਰਿੰਸ ਐਡਵਰਡ ਆਈਲੈਂਡ ਵਿਖੇ ਹੋਣ ਵਾਲੀ ਕੈਬਨਿਟ ਦੀ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਕੁਝ ਹਾਊਸਿੰਗ ਬਾਜ਼ਾਰਾਂ 'ਤੇ ਸਪਸ਼ਟ ਦਬਾਅ ਪਾ ਰਿਹਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਵਿਦਿਆਰਥੀਆਂ ਦੀ ਗਿਣਤੀ ਦੀ ਸੀਮਾ ਤੈਅ ਕੀਤੀ ਜਾ ਸਕਦੀ ਹੈ ਦੇ ਜਵਾਬ 'ਚ ਉਹਨਾਂ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਇਹ ਉਹਨਾਂ ਬਦਲਾਂ 'ਚੋਂ ਇੱਕ ਹੈ ਜਿਸ 'ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ। ਹਾਲਾਂਕਿ ਉਹਨਾਂ ਨੇ ਕਿਹਾ ਕਿ ਇਸ ਬਾਰੇ 'ਚ ਸਰਕਾਰ ਨੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ। ਉਹਨਾਂ ਅੱਗੇ ਕਿਹਾ, ਸਾਡੇ ਕੋਲ ਅਸਥਾਈ ਇਮੀਗ੍ਰੇਸ਼ਨ ਪ੍ਰੋਗਰਾਮ ਹਨ ਜਿਹੜੇ ਕਿ ਇੰਨੇ ਥੋੜ੍ਹੇ ਸਮੇਂ 'ਚ ਇੰਨਾ ਵਿਸਫੋਟਕ ਵਾਧਾ ਦੇਣ ਲਈ ਕਦੇ ਨਹੀਂ ਬਣਾਏ ਗਏ। ਉਧਰ ਵਿਰੋਧੀ ਧਿਰ ਵੀ ਦੇਸ਼ 'ਚ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਰਿਹਾਇਸ਼ੀ ਸੰਕਟ ਨੂੰ ਲੈ ਕੇ ਸੱਤਾ ਧਿਰ ਨੂੰ ਭੰਡਦੀ ਜਾ ਰਹੀ ਹੈ। ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਹਾਊਸਿੰਗ ਦੇ ਮੁੱਦੇ ਨਾਲ ਨਜਿੱਠਣ ਲਈ ਕਾਫੀ ਨਹੀਂ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਗਲੇ ਮਹੀਨੇ ਸੰਸਦ 'ਚ ਵਾਪਸੀ ਤੋਂ ਪਹਿਲਾਂ ਰਵਾਇਤੀ ਕੈਬਨਿਟ ਦੀ ਬੈਠਕ 'ਚ ਹਾਊਸਿੰਗ ਸੰਕਟ ਨੂੰ ਹੱਲ ਕਰਨਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਵੀਂ ਕੈਬਨਿਟ ਦੇ ਮੁੱਖ ਟੀਚਿਆਂ 'ਚੋਂ ਇੱਕ ਹੈ। ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਰਿਹਾਇਸ਼ ਦੀ ਸਮਰੱਥਾ ਨਾਲ ਨਜਿੱਠਣ ਲਈ ਕੈਨੇਡਾ ਨੂੰ ਸਾਲ 2030 ਤੱਕ 5.8 ਮਿਲੀਅਨ ਨਵੇਂ ਘਰ ਬਣਾਉਣ ਦੀ ਲੋੜ ਹੈ, ਜਿਸ 'ਚ 2 ਮਿਲੀਅਨ ਰੈਂਟਲ ਯੂਨਿਟਾਂ ਵੀ ਸ਼ਾਮਲ ਨੇ। ਕੈਨੇਡਾ, ਜਿਸ ਦੀ ਆਬਾਦੀ ਲਗਭਗ 39.5 ਮਿਲੀਅਨ ਹੈ, ਨੇ ਸਾਲ 2025 'ਚ ਰਿਕਾਰਡ 5 ਲੱਖ ਲੋਕਾਂ ਨੂੰ PR ਦੇਣ ਦੀ ਯੋਜਨਾ ਬਣਾ ਰਿਹਾ ਹੈ। ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਉਹਨਾਂ ਦੇ ਫੈਡਰਲ ਕੈਬਨਿਟ ਕੁਲੀਗਸ ਸਰਕਾਰੀ ਵਿਭਾਗਾਂ ਤੋਂ $15 ਬਿਲੀਅਨ ਦੇ ਖਰਚੇ ਘਟਾਉਣ ਲਈ ਕੀਤੀ ਜਾਣ ਵਾਲੀ ਕਟੌਤੀ ਵਾਸਤੇ ਪੂਰੀ ਤਰ੍ਹਾਂ ਤਿਆਰ ਨੇ। ਆਨੰਦ ਨੇ ਆਖਿਆ ਕਿ ਹੁਣ ਅਸੀਂ ਮਹਾਮਾਰੀ ਵਾਲੇ ਦੌਰ ਦੇ ਖਰਚਿਆਂ ਦੀ ਥਾਂ ਉੱਤੇ ਦੇਸ਼ ਦੀਆਂ ਆਰਥਿਕ ਤਰਜੀਹਾਂ ਉੱਤੇ ਖਰਚ ਕਰਨ ਵੱਲ ਧਿਆਨ ਦੇਣਾ ਚਾਹੁੰਦੇ ਹਾਂ। ਕੈਨੇਡੀਅਨਸ ਦੀ ਹਰ ਪੱਖੋਂ ਮਦਦ ਕਰਨ ਵਾਸਤੇ ਸਾਨੂੰ ਆਪਣੇ ਵਿੱਤੀ ਪੱਖ ਨੂੰ ਚੰਗੀ ਤਰ੍ਹਾਂ ਮੈਨੇਜ ਕਰਨਾ ਹੋਵੇਗਾ। ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਆਨੰਦ ਦਾ ਕਹਿਣਾ ਹੈ
ਕਿ ਉਹਨਾਂ ਦੇ ਫੈਡਰਲ ਕੈਬਨਿਟ ਕੁਲੀਗਸ ਸਰਕਾਰੀ ਵਿਭਾਗਾਂ ਤੋਂ 15 ਬਿਲੀਅਨ ਡਾਲਰ ਦੇ ਖਰਚੇ ਘਟਾਉਣ ਲਈ ਕੀਤੀ ਜਾਣ ਵਾਲੀ ਕਟੌਤੀ ਵਾਸਤੇ ਪੂਰੀ ਤਰ੍ਹਾਂ ਤਿਆਰ ਨੇ। ਉਹਨਾਂ ਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਉਹ ਇਸ ਵਿੱਚ ਮਦਦ ਕਰ ਸਕਣਗੇ। ਇਸ ਸਮੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦਾ ਮੰਤਰੀ ਮੰਡਲ ਪ੍ਰਿੰਸ ਐਡਵਰਡ ਆਈਲੈਂਡ ਉੱਤੇ 3 ਰੋਜ਼ਾ ਰਿਟਰੀਟ ਪ੍ਰੋਗਰਾਮ 'ਚ ਹਿੱਸਾ ਲੈ ਰਿਹਾ ਹੈ। ਇੱਥੇ ਇਹ ਸਾਰੇ ਪਾਰਲੀਮੈਂਟ ਦੀ ਅਗਲੀ ਬੈਠਕ 'ਚ ਫੈਡਰਲ ਸਰਕਾਰ ਦੀਆਂ ਕੀ ਤਰਜੀਹਾਂ ਹੋਣਗੀਆਂ ਇਸ ਬਾਰੇ ਵਿਚਾਰ ਵਟਾਂਦਰਾ ਕਰ ਰਿਹਾ ਹੈ। ਇਸ ਮੀਟਿੰਗ ਦੀ ਸ਼ੁਰੂਆਤ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੀ ਪ੍ਰੈਜੈਂਟੇਸ਼ਨ ਨਾਲ ਹੋਇਆ। ਇੱਥੇ ਉਹਨਾਂ ਆਪਣੀਆਂ ਵਿੱਤੀ ਤੇ ਆਰਥਿਕ ਯੋਜਨਾਵਾਂ ਬਾਰੇ ਤਫਸੀਲ ਨਾਲ ਦੱਸਿਆ ਤੇ ਉਚੇਚੇ ਤੌਰ ਤੇ 2023 ਦੇ ਬਜਟ 'ਚ ਅਗਲੇ 5 ਸਾਲਾਂ 'ਚ 15 ਬਿਲੀਅਨ ਡਾਲਰ ਦੀ ਕਟੌਤੀ ਕਰਨ ਤੇ ਆਪਣੀ ਵਚਨਬੱਧਤਾ ਦੁਹਰਾਈ। ਦੂਜੇ ਦਿਨ ਦੀਆਂ ਆਪਣੀਆਂ ਮੀਟਿੰਗਾਂ ਦਰਮਿਆਨ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਤੇ ਆਨੰਦ ਨੇ ਦੱਸਿਆ ਕਿ ਸਾਰੇ ਹੀ ਮੰਤਰੀ ਬਹੁਤ ਹੀ ਉਸਾਰੂ ਗੱਲਬਾਤ 'ਚ ਹਿੱਸੇਦਾਰੀ ਪਾ ਰਹੇ ਨੇ। ਦੋਵਾਂ ਆਗੂਆਂ ਨੇ ਦੱਸਿਆ ਕਿ ਇਹਨਾਂ ਖਰਚਿਆਂ 'ਚ ਕਟੌਤੀ ਕੀਤੇ ਜਾਣਾ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਉਹ ਆਪਣੇ ਡੈਂਟਲ ਤੇ ਚਾਈਲਡ ਕੇਅਰ ਪ੍ਰੋਗਰਾਮਾਂ ਨੂੰ ਅਫੋਰਡ ਕਰ ਸਕਣ। ਆਨੰਦ ਨੇ ਆਖਿਆ ਕਿ ਹੁਣ ਅਸੀਂ ਮਹਾਮਾਰੀ ਵਾਲੇ ਦੌਰ ਦੇ ਖਰਚਿਆਂ ਦੀ ਥਾਂ ਦੇਸ਼ ਦੀਆਂ ਆਰਥਿਕ ਤਰਜੀਹਾਂ ਉੱਤੇ ਖਰਚਾ ਕਰਨ ਵੱਲ ਧਿਆਨ ਦੇਣਾ ਚਾਹੁੰਦੇ ਹਾਂ। ਕੈਨੇਡੀਅਨਸ ਦੀ ਹਰ ਪੱਖੋਂ ਮਦਦ ਕਰਨ ਵਾਸਤੇ ਸਾਨੂੰ ਆਪਣੇ ਵਿੱਤੀ ਪੱਖ ਨੂੰ ਚੰਗੀ ਤਰ੍ਹਾਂ ਮੈਨੇਜ ਕਰਨਾ ਹੋਵੇਗਾ। ਅਜੇ ਆਨੰਦ ਨੂੰ ਨਵੀਂ ਭੂਮਿਕਾ ਮਿਲਿਆ ਨੂੰ ਥੋੜ੍ਹਾ ਸਮਾਂ ਹੀ ਹੋਇਆ ਹੈ, ਪਰ ਉਹਨਾਂ 2 ਅਕਤੂਬਰ ਤੱਕ ਦੀ ਡੈੱਡਲਾਈਨ ਦੇ ਕੇ ਆਪਣੇ ਖੇਤਰਾਂ 'ਚ ਵਿੱਤੀ ਕਟੌਤੀਆਂ ਕੀਤੇ ਜਾਣ ਦੀਆਂ ਸੰਭਾਵਨਾਵਾਂ ਦੀ ਜਾਣਕਾਰੀ ਦੇਣ ਲਈ ਵੀ ਆਖ ਦਿੱਤਾ ਹੈ। ਇਸ ਦੌਰਾਨ ਇੰਡੀਜੀਨਸ ਸਰਵਿਸਿਜ਼ ਮੰਤਰੀ ਪੈਟੀ ਹਾਜ਼ਦੂ ਨੇ ਆਖਿਆ ਕਿ ਉਹ ਸਮਝਦੀ ਹੈ ਕਿ ਕੈਨੇਡੀਅਨਸ ਚਾਹੁੰਦੇ ਨੇ ਕਿ ਲਿਬਰਲ ਆਪਣੀਆਂ ਜੇਬਾਂ ਦੇ ਮੂੰਹ ਥੋੜ੍ਹੇ ਘੁੱਟ ਲੈਣ, ਪਰ ਫਰੀਲੈਂਡ ਤੇ ਆਨੰਦ ਦੇ ਸੇਵਿੰਗ ਪਲਾਨ ਨਾਲ ਉਹਨਾਂ ਦੇ ਡਿਪਾਰਟਮੈਂਟ ਦੀ ਸਰਵਿਸ ਡਿਲੀਵਰੀ ਉੱਤੇ ਕੋਈ ਅਸਰ ਨਹੀਂ ਪਵੇਗਾ। ਉਹਨਾਂ ਆਖਿਆ ਕਿ ਇੰਡੀਜੀਨਸ ਲੋਕਾਂ ਨੂੰ ਲੋੜੀਂਦੀ ਤੇ ਜ਼ਰੂਰੀ ਮਦਦ ਮੁਹੱਈਆ ਕਰਵਾਉਣ ਵਾਲੇ ਪ੍ਰੋਗਰਾਮਾਂ 'ਚ ਕਟੌਤੀ ਨਹੀਂ ਕੀਤੀ ਜਾ ਸਕਦੀ ਤੇ ਉਹ ਆਪਣੇ ਅਜਿਹੇ ਪ੍ਰੋਗਰਾਮਾਂ ਨੂੰ ਬਚਾਉਣ ਲਈ ਸੇਵਿੰਗਸ ਉੱਤੇ ਜ਼ਿਆਦਾ ਧਿਆਨ ਕੇਂਦਰਿਤ ਕਰੇਗੀ। ਡਿਵੈਲਪਮੈਂਟ ਲਈ ਮਹਿਫੂਜ਼ ਕੀਤੀ ਗਈ ਜ਼ਮੀਨ 'ਚੋਂ ਕੁਝ ਹਿੱਸਾ ਡਿਵੈਲਪਰਸ ਨੂੰ ਦੇਣ ਸਮੇਂ ਕੁਝ ਖਾਸ ਵਿਅਕਤੀਆਂ ਉੱਤੇ ਮਿਹਰਬਾਨੀ ਕੀਤੇ ਜਾਣ ਦਾ ਗ੍ਰੀਨ ਬੈਲਟ ਰਿਪੋਰਟ 'ਚ ਦੋਸ਼ ਲੱਗਣ ਤੋਂ ਬਾਅਦ ਓਨਟਾਰੀਓ ਦੇ ਹਾਊਸਿੰਗ ਮਿਨਿਸਟਰ ਦੇ ਚੀਫ ਆਫ ਸਟਾਫ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਮੰਗਲਵਾਰ ਨੂੰ ਜਾਰੀ ਕੀਤੇ ਗਏ ਬਿਆਨ 'ਚ ਪ੍ਰੀਮੀਅਰ ਦੇ ਆਫਿਸ ਵੱਲੋਂ ਇਸ ਖਬਰ ਦੀ ਪੁਸ਼ਟੀ ਕੀਤੀ ਗਈ। ਰਿਪੋਰਟ 'ਚ ਆਖਿਆ ਗਿਆ ਕਿ ਉਹਨਾਂ ਵੱਲੋਂ ਫੌਰੀ ਪ੍ਰਭਾਵ ਨਾਲ ਰਾਇਨ ਅਮਾਤੋ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਮਾਤੋ ਹੀ ਉਹ ਸ਼ਖਸ ਸੀ ਜਿਹੜਾ ਮੂਲ ਰੂਪ 'ਚ ਇਹ ਤੈਅ ਕਰਨ ਲਈ ਜ਼ਿੰਮੇਵਾਰ ਸੀ ਕਿ ਗ੍ਰੀਨ ਬੈਲਟ ਦੀ ਕਿਹੜੀ ਸਾਈਟ ਡਿਵੈਲਪਮੈਂਟ ਲਈ ਦਿੱਤੀ ਜਾਵੇ। 10 ਅਗਸਤ ਨੂੰ ਓਨਟਾਰੀਓ ਦੇ ਇੰਟੀਗ੍ਰਿਟੀ ਕਮਿਸ਼ਨਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਪ੍ਰੀਮੀਅਰ ਦੇ ਆਫਿਸ ਵੱਲੋਂ ਉਹਨਾਂ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਅਮਾਤੋ ਵੱਲੋਂ ਇਸ ਫਾਈਲ ਨੂੰ ਜਿਸ ਤਰ੍ਹਾਂ ਸਾਂਭਿਆ ਗਿਆ ਉਸ ਦੀ ਜਾਂਚ ਕੀਤੀ ਜਾਵੇ। ਇੰਟੀਗ੍ਰਿਟੀ ਕਮਿਸ਼ਨਰ ਵੱਲੋਂ ਅਜੇ ਤੱਕ ਜਾਂਚ ਕੀਤੇ ਜਾਣ ਬਾਰੇ ਕੋਈ ਫੈਸਲਾ ਨਹੀਂ ਕੀਤਾ ਗਿਆ। ਇਸ ਮਹੀਨੇ ਦੇ ਸ਼ੁਰੂ 'ਚ ਆਡੀਟਰ ਜਨਰਲ ਵੱਲੋਂ ਜਾਰੀ ਕੀਤੀ ਗਈ ਰਿਪੋਰਟ 'ਚ ਕੀਤੀਆਂ ਗਈਆਂ 15 ਸਿਫਾਰਿਸ਼ਾਂ ਵਿੱਚੋਂ ਇੱਕ ਸਿਫਾਰਿਸ਼ ਇਹ ਜਾਂਚ ਕਰਵਾਏ ਜਾਣ ਵਾਲੀ ਵੀ ਸੀ। ਰਿਪੋਰਟ 'ਚ ਇਹ ਵੀ ਆਖਿਆ ਗਿਆ ਸੀ ਕਿ ਗ੍ਰੀਨ ਬੈਲਟ ਡਿਵੈਲਪਮੈਂਟ ਸੰਬੰਧੀ ਫੈਸਲੇ ਬੜੇ ਤੱਤ ਪੜੱਥੀ ਲਏ ਗਏ ਨੇ ਤੇ ਇਹਨਾਂ ਵਿੱਚ ਪਾਰਦਰਸ਼ਤਾ ਦੀ ਘਾਟ ਹੈ। ਇਸ ਤੋਂ ਇਲਾਵਾ ਇਹ ਵੀ ਆਖਿਆ ਗਿਆ ਸੀ ਕਿ ਇਸ ਦੌਰਾਨ ਐਨਵਾਇਰਨਮੈਂਟਲ ਖੇਤੀਬਾੜੀ ਨਾਲ ਸੰਬੰਧਿਤ ਤੇ ਵਿੱਤੀ ਪ੍ਰਭਾਵਾਂ ਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ ਹੈ। ਕੈਨੇਡਾ ਸਰਕਾਰ ਅਮਰੀਕਾ ਵੱਲੋਂ ਕੈਨੇਡੀਅਨ ਸਾਫਟਵੁੱਡ ਲੰਬਰ ਤੇ ਡਿਊਟੀ ਲਗਾਉਣ ਦੇ ਤਾਜ਼ਾ ਫੈਸਲੇ ਦਾ ਵਿਰੋਧ ਕਰ ਰਹੀ ਹੈ। ਕੈਨੇਡਾ ਦੀ ਵਪਾਰ ਮੰਤਰੀ ਮੈਰੀ ਇੰਗ ਨੇ ਕਿਹਾ ਹੈ ਕਿ ਕੈਨੇਡਾ ਅਮਰੀਕਾ ਦੇ ਟ੍ਰੈਜਰੀ ਵਿਭਾਗ ਵੱਲੋਂ ਪਿਛਲੇ ਮਹੀਨੇ ਕੀਤੇ ਡਿਊਟੀਆਂ ਦੇ ਮੁਲਾਂਕਣ ਦੇ ਜੁਡੀਸ਼ੀਅਲ ਰਿਵਿਊ ਦੀ ਮੰਗ ਕਰ ਰਿਹਾ ਹੈ। ਕੈਨੇਡਾ ਅਮਰੀਕਾ ਵੱਲੋਂ ਡਿਊਟੀਆਂ ਲਾਉਣ ਦੇ ਫੈਸਲੇ ਨੂੰ ਅਣਉਚਿਤ, ਗੈਰ ਵਾਜਬ ਤੇ ਗੈਰ ਕਾਨੂੰਨੀ ਆਖਦਾ ਰਿਹਾ ਹੈ। ਤਾਜ਼ਾ ਪ੍ਰਸ਼ਾਸਨਿਕ ਸਮੀਖਿਆ ਨੇ ਮਾਮੂਲੀ ਰਾਹਤ ਤਾਂ ਪ੍ਰਦਾਨ ਕੀਤੀ ਹੈ, ਪਰ ਸੰਯੁਕਤ ਡਿਊਟੀ ਦਰ 7.99% ਤੇ ਬਰਕਰਾਰ ਹੈ। ਇੰਗ ਨੇ ਅਮਰੀਕੀ ਹਮਰੁਤਬਾ ਕੈਥਰੀਨ ਟੇ ਨੂੰ ਬੈਠ ਕੇ ਗੱਲਬਾਤ ਰਾਹੀਂ ਇਸ ਦਹਾਕਿਆਂ ਪੁਰਾਣੇ ਵਿਵਾਦ ਦਾ ਨਿਪਟਾਰਾ ਕਰਨ ਦੀ ਅਪੀਲ ਕੀਤੀ ਹੈ। ਆਪਸੀ ਸਮਝੌਤਾ ਚੁਣੌਤੀਪੂਰਨ ਹੈ ਕਿਉਂਕਿ ਅਮਰੀਕਾ ਦਾ ਕਹਿਣਾ ਹੈ ਕਿ ਕੈਨੇਡਾ ਦੇ ਰੈਗੂਲੇਟਰੀ ਸਿਸਟਮ ਕਰਕੇ ਅਮਰੀਕਾ ਦੇ ਉਤਪਾਦਕਾਂ ਨੂੰ ਨੁਕਸਾਨ ਹੁੰਦਾ ਹੈ। ਕੈਥਰੀਨ ਨੇ ਕਿਹਾ ਕਿ ਅਮਰੀਕਾ ਗੱਲਬਾਤ ਲਈ ਸਿਰਫ ਉਦੋਂ ਤਿਆਰ ਹੋਵੇਗਾ ਜਦੋਂ ਕੈਨੇਡਾ ਆਪਣੀ ਉਸ ਪ੍ਰਣਾਲੀ ਨੂੰ ਬੰਦ ਕਰੇਗਾ ਜਿਸ ਤਹਿਤ ਸੂਬਿਆਂ ਨੂੰ ਕਰਾਊਨ ਦੀ ਜ਼ਮੀਨ ਤੇ ਲੱਗੇ ਟਿੰਬਰ ਦੀ ਕੀਮਤ ਤੈਅ ਕਰਨ ਦੀ ਇਜਾਜ਼ਤ ਹੁੰਦੀ ਹੈ। ਦਰਅਸਲ
ਅਮਰੀਕਾ ਕਹਿੰਦਾ ਰਹਿੰਦਾ ਹੈ ਕਿ ਕੈਨੇਡਾ ਦੇ ਲੰਬਰ ਉਤਪਾਦਕ ਅਮਰੀਕਾ 'ਚ ਘੱਟ ਕੀਮਤਾਂ ਤੇ ਲੰਬਰ ਪਹੁੰਚਦੀ ਕਰ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਕੈਨੇਡਾ ਸਰਕਾਰ ਤੋਂ ਸਬਸਿਡੀ ਮਿਲਦੀ ਹੈ, ਪਰ ਇਸ ਨਾਲ ਅਮਰੀਕੀ ਲੰਬਰ ਪ੍ਰਭਾਵਿਤ ਹੁੰਦੀ ਹੈ। ਇਸੇ ਕਰਕੇ ਅਮਰੀਕਾ ਦਾ ਕੈਨੇਡਾ ਤੋਂ ਆਉਣ ਵਾਲੀ ਸਾਰੀ ਲੰਬਰ ਤੇ ਟੈਰਿਫ ਵਧਾਉਣ ਵੱਲ ਉਚੇਚਾ ਉਲਾਰ ਹੈ, ਤਾਂ ਕਿ ਇਹਨਾਂ ਉਤਪਾਦਾਂ ਦੀ ਖਰੀਦ ਕੀਮਤ ਵੱਧ ਜਾਵੇ ਤੇ ਗਾਹਕ ਅਮਰੀਕੀ ਲੱਕੜ ਵੱਲ ਰੁਖ ਕਰਨ। ਇੰਗ ਨੇ ਇੱਕ ਬਿਆਨ 'ਚ ਕਿਹਾ, ਅਸੀਂ ਸਾਲਾਂ ਤੋਂ ਅਮਰੀਕਾ ਨੇ ਕੈਨੇਡੀਅਨ ਸੌਫਟਵੁੱਡ ਲੰਬਰ ਤੇ ਅਣਉਚਿਤ, ਗੈਰ ਵਾਜਬ ਤੇ ਗੈਰ ਕਾਨੂੰਨੀ ਡਿਊਟੀਆਂ ਲਗਾਈਆਂ ਨੇ, ਜਿਸ ਨਾਲ ਕੈਨੇਡੀਅਨ ਉਦਯੋਗ ਨੂੰ ਨੁਕਸਾਨ ਪਹੁੰਚ ਰਿਹਾ ਹੈ ਤੇ ਦੋਵਾਂ ਦੇਸ਼ਾਂ ਵਿੱਚ ਰਿਹਾਇਸ਼ੀ ਲਾਗਤਾਂ ਵਿੱਚ ਵੀ ਵਾਧਾ ਹੋਇਆ ਹੈ। ਕੈਨੇਡਾ ਸਾਡੇ ਸੌਫਟਵੁੱਡ ਲੱਕੜ ਉਦਯੋਗ ਅਤੇ ਇਸ ਤੇ ਨਿਰਭਰ ਕਾਮਿਆਂ ਤੇ ਭਾਈਚਾਰਿਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਜ਼ਰੂਰੀ ਕਦਮ ਚੁੱਕ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਹਾਲ ਦੇ ਦਿਨਾਂ 'ਚ ਕੈਲੋਨਾ ਖੇਤਰ 'ਚ ਫੈਲੀ ਅੱਗ ਕਾਰਨ ਘੱਟੋ-ਘੱਟ 60 ਇਮਾਰਤਾਂ ਨੁਕਸਾਨੀਆਂ ਗਈਆਂ ਨੇ। ਇਸ ਬਾਰੇ ਪਤਾ ਲੱਗਣ ਤੋਂ ਬਾਅਦ ਸੂਬੇ ਦੇ ਪ੍ਰੀਮੀਅਰ ਅਤੇ 2 ਸੀਨੀਅਰ ਕੈਬਨਿਟ ਮੰਤਰੀਆਂ ਵੱਲੋਂ ਇੱਥੋਂ ਦਾ ਦੌਰਾ ਕਰਕੇ ਨੁਕਸਾਨ ਦਾ ਸਰਵੇਖਣ ਕਰਨ ਦਾ ਐਲਾਨ ਕੀਤਾ ਗਿਆ ਹੈ। ਪੱਛਮੀ ਕੈਲੋਨਾ ਤੇ ਲੇਕ ਕੰਟਰੀ ਦੇ ਅੱਗ ਬੁਝਾਊ ਮੁਖੀਆਂ ਨੇ ਕਿਹਾ ਕਿ ਪੱਛਮੀ ਕੈਲੋਨਾ 'ਚ ਕਾਫੀ ਨੁਕਸਾਨ ਹੋਇਆ ਤੇ ਇੱਥੇ 50 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉਹਨਾਂ ਕਿਹਾ ਕਿ ਇਹ ਅੰਕੜਾ ਅਜੇ ਹੋਰ ਵਧਣ ਦੀ ਉਮੀਦ ਹੈ। ਇਸ ਨੁਕਸਾਨ ਬਾਰੇ ਜਾਣਕਾਰੀ ਮਿਲਣ ਮਗਰੋਂ ਪ੍ਰੀਮੀਅਰ ਡੇਵਿਡ ਏਬੀ ਨੇ ਐਲਾਨ ਕੀਤਾ ਹੈ ਕਿ ਉਹ ਮੰਗਲਵਾਰ ਨੂੰ ਐਮਰਜੈਂਸੀ ਪ੍ਰਬੰਧਨ ਮੰਤਰੀ ਬੋਵਿਨ ਮਾ ਅਤੇ ਜੰਗਲਾਤ ਮੰਤਰੀ ਬਰੂਸ ਰਾਲਸਟਨ ਦੇ ਨਾਲ ਅੱਗ ਕਾਰਨ ਪ੍ਰਭਾਵਿਤ ਖੇਤਰ ਦਾ ਦੌਰਾ ਕਰਨਗੇ। ਬ੍ਰਿਟਿਸ਼ ਕੋਲੰਬੀਆ 'ਚ ਸੈਂਕੜੇ ਇਲਾਕਿਆਂ 'ਚ ਜੰਗਲਾਂ ਦੀ ਅੱਗ ਵਿਰੁੱਧ ਲੜਾਈ ਅਜੇ ਵੀ ਜਾਰੀ ਹੈ, ਪਰ ਨਿਕਾਸੀ ਦੇ ਨਵੇਂ ਹੁਕਮ ਅਜੇ ਜਾਰੀ ਨਹੀਂ ਕੀਤੇ ਗਏ ਨੇ। ਇਸ ਸਬੰਧ 'ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਪ੍ਰੀਮੀਅਰ ਏਬੀ ਨੇ ਕਿਹਾ, ਸਾਡਾ ਟੀਚਾ ਲੋਕਾਂ ਨੂੰ ਭਰੋਸਾ ਦਿਵਾਉਣਾ ਹੈ ਕਿ ਜਦੋਂ ਸੰਕਟ ਲੰਘਦਾ ਹੈ ਤਾਂ ਅਸੀਂ ਉਹਨਾਂ ਦੇ ਮੁੜ ਵਸੇਬੇ 'ਚ ਮਦਦ ਕਰਦੇ ਹਾਂ। ਉਹਨਾਂ ਅੱਗੇ ਕਿਹਾ ਕਿ ਸੰਕਟ ਦੀ ਇਸ ਘੜੀ 'ਚ ਸਰਕਾਰ ਜਿੰਨਾ ਹੋ ਸਕੇ ਲੋਕਾਂ ਦੀ ਮਦਦ ਲਈ ਜਵਾਬਦੇਹ ਹੈ। ਇਸ ਦੌਰਾਨ ਉਹਨਾਂ ਨੇ ਜੰਗਲਾਂ ਦੇ ਉਪਕਰਨਾਂ ਨਾਲ ਨਾਗਰਿਕਾਂ ਵੱਲੋਂ ਕੀਤੀ ਜਾਂਦੀ ਛੇੜਛਾੜ ਅਤੇ ਮੈਟਾ ਵੱਲੋਂ ਕੈਨੇਡਾ 'ਚ ਨਿਊਜ਼ ਤੇ ਲਾਈ ਪਾਬੰਦੀ ਦਾ ਵੀ ਜ਼ਿਕਰ ਕੀਤਾ। ਯਾਰਕ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ 3 ਟੀਨੇਜਰਸ ਨੇ ਰਿਚਮੰਡ ਹਿੱਲ ਫੋਨ ਸਟੋਰ ਬਣੌਟੀ ਹੈਂਡਗਨ ਵਿਖਾ ਕੇ ਲੁੱਟ ਲਿਆ। ਫਿਰ ਭੱਜਣ ਦੀ ਕੋਸ਼ਿਸ਼ ਕਰਦੇ ਹੋਇਆਂ ਉਹਨਾਂ ਦੀ ਚੋਰੀ ਦੀ ਗੱਡੀ 2 ਵਾਰੀ ਹਾਦਸਾਗ੍ਰਸਤ ਹੋਈ। ਪੁਲਿਸ ਦਾ ਕਹਿਣਾ ਹੈ ਕਿ ਇਹ ਡਾਕਾ ਯੰਗ ਸਟਰੀਟ ਤੇ ਕਾਰਵਿਲ ਰੋਡ ਏਰੀਆ 'ਚ ਸੋਮਵਾਰ ਨੂੰ ਸ਼ਾਮੀ 5 ਵਜੇ ਦੇ ਨੇੜੇ-ਤੇੜੇ ਇੱਕ ਸਟੋਰ ਉੱਤੇ ਪਿਆ। 3 ਸ਼ੱਕੀ ਮੂੰਹ ਉੱਤੇ ਮਾਸਕ ਲਾ ਕੇ ਸਟੋਰ 'ਚ ਦਾਖਲ ਹੋਏ। ਪੁਲਿਸ ਨੇ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਕੋਲ ਹਥਿਆਰ ਸੀ, ਜਿਸ ਨੂੰ ਬਾਅਦ ਵਿੱਚ ਬਨੌਟੀ ਪਾਇਆ ਗਿਆ। ਡਾਕੇ ਦੌਰਾਨ ਪੁਲਿਸ ਨੇ ਆਖਿਆ ਕਿ ਇੱਕ ਮੁਲਾਜ਼ਮ ਪਿਛਲੇ ਦਰਵਾਜ਼ੇ ਵਿੱਚੋਂ ਬਾਹਰ ਨਿਕਲਣ 'ਚ ਕਾਮਯਾਬ ਹੋ ਗਿਆ, ਜਦਕਿ ਇੱਕ ਹੋਰ ਮੁਲਾਜ਼ਮ ਤੇ ਕਸਟਮਰ ਨੂੰ ਬੰਦੂਕ ਦੀ ਨੋਕ ਉੱਤੇ ਸਟੋਰ ਦੇ ਪਿਛਲੇ ਹਿੱਸੇ 'ਚ ਭੇਜਿਆ ਗਿਆ। ਇੱਕ ਰਿਲੀਜ਼ 'ਚ ਪੁਲਿਸ ਨੇ ਦੱਸਿਆ ਕਿ ਸ਼ੱਕੀ ਵੱਡੀ ਗਿਣਤੀ 'ਚ ਸੈੱਲ ਫੋਨਸ ਤੇ ਹੋਰ ਵਸਤਾਂ ਚੋਰੀ ਕਰਕੇ ਲੈ ਗਏ। ਇੱਥੋਂ ਭੱਜਣ ਲਈ ਉਹਨਾਂ ਲਾਲ ਰੰਗ ਦੀ ਗੱਡੀ ਦੀ ਵਰਤੋਂ ਕੀਤੀ। ਜਾਂਚਕਾਰਾਂ ਨੇ ਇਹ ਵੀ ਦੱਸਿਆ ਕਿ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਸ਼ੱਕੀਆਂ ਦੀ ਗੱਡੀ 2 ਵਾਰੀ ਹਾਦਸਾਗ੍ਰਸਤ ਹੋਈ, ਪਰ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਕਾਰਵਿਲ ਰੋਡ ਉੱਤੇ ਦੂਜੀ ਵਾਰੀ ਗੱਡੀ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ 2 ਸ਼ੱਕੀ ਪੈਦਲ ਹੀ ਭੱਜ ਗਏ। ਇੱਕ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਕੁਝ ਸਮੇਂ ਬਾਅਦ ਹੀ 2 ਹੋਰਨਾਂ ਨੂੰ ਵੀ ਪੁਲਿਸ ਨੇ ਸੂਈਆ ਕੁੱਤਿਆਂ ਦੀ ਮਦਦ ਨਾਲ ਨੇੜਲੀ ਰਿਹਾਇਸ਼ੀ ਇਲਾਕੇ ਤੋਂ ਕਾਬੂ ਕਰ ਲਿਆ। ਉਹਨਾਂ ਕੋਲੋਂ ਚੋਰੀ ਦਾ ਸਮਾਨ ਵੀ ਬਰਾਮਦ ਕਰ ਲਿਆ ਗਿਆ ਤੇ ਬਣੌਟੀ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਜਾਂਚਕਾਰਾਂ ਨੇ ਦੱਸਿਆ ਕਿ ਜਿਸ ਗੱਡੀ ਦੀ ਵਰਤੋਂ ਇਹਨਾਂ ਸ਼ੱਕੀਆਂ ਵੱਲੋਂ ਕੀਤੀ ਗਈ ਸੀ, ਉਹ ਵੀ ਟੋਰਾਂਟੋ ਤੋਂ ਕਾਰ ਜੈਕਿੰਗ ਦੌਰਾਨ ਖੋਈ ਗਈ ਸੀ। ਗ੍ਰਿਫਤਾਰ ਕੀਤੇ ਗਏ ਇਹਨਾਂ ਟੀਨੇਜਰਸ ਦੀ ਉਮਰ 18 ਸਾਲ, 16 ਸਾਲ ਤੇ 15 ਸਾਲ ਦੱਸੀ ਜਾਂਦੀ ਹੈ। ਇਹਨਾਂ ਉੱਤੇ ਡਾਕੇ ਮਾਰਨ ਤੇ ਹਥਿਆਰਾਂ ਸੰਬੰਧੀ ਕਈ ਚਾਰਜਸ ਲਾਏ ਗਏ। ਪੱਛਮੀ ਐਡਮਿੰਟਨ 'ਚ ਸੋਮਵਾਰ ਰਾਤੀ ਹੋਈ ਗੋਲੀਬਾਰੀ 'ਚ 3 ਲੋਕ ਗੰਭੀਰ ਰੂਪ 'ਚ ਜ਼ਖਮੀ ਹੋਏ ਗਏ। ਐਡਮਿੰਟਨ ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਐਡਮਿੰਟਨ ਪੁਲਿਸ ਨੇ ਇੱਕ ਬਿਆਨ 'ਚ ਦੱਸਿਆ ਕਿ ਉਹਨਾਂ ਨੂੰ ਸ਼ਾਮੀ ਕਰੀਬ 7:40 ਤੇ ਇੱਥੋਂ ਦੇ ਇੱਕ ਮਾਲ 'ਚ ਗੋਲੀਬਾਰੀ ਦੀ ਸੂਚਨਾ ਮਿਲੀ। ਉਹਨਾਂ ਦੱਸਿਆ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉੱਥੇ ਉਹਨਾਂ ਨੂੰ 3 ਪੁਰਸ਼ ਜ਼ਖਮੀ ਹਾਲਤ 'ਚ ਮਿਲੇ। ਇਸ ਮਗਰੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਪੁਲਿਸ ਨੇ 3 ਜ਼ਖਮੀਆਂ ਦੀ ਪਹਿਚਾਣ ਬਾਰੇ ਕੋਈ ਖੁਲਾਸਾ ਨਹੀਂ ਕੀਤਾ। ਐਡਮਿੰਟਨ ਪੁਲਿਸ ਸਰਵਿਸ ਦਾ ਕਹਿਣਾ ਹੈ ਕਿ ਇਹ ਗੋਲੀਬਾਰੀ ਮਾਲ ਦੇ ਪੱਛਮ 'ਚ ਪੈਂਦੇ ਫੇਜ਼ 3 'ਚ ਹੋਈ। ਉਹਨਾਂ ਨੇ ਇਸ ਮਾਮਲੇ ਦੇ ਸਬੰਧ 'ਚ ਕਿਸੇ ਗ੍ਰਿਫਤਾਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। EPS ਦੇ ਬੁਲਾਰੇ ਡੈਨੀਅਲ ਟੈਮਜ਼ ਨੇ ਦੱਸਿਆ ਕਿ ਜਾਂਚ ਅਜੇ ਮੁੱਢਲੀ ਅਵਸਥਾ 'ਚ ਹੈ ਤੇ ਆਉਣ ਵਾਲੇ ਦਿਨਾਂ 'ਚ ਇਸ ਬਾਰੇ ਵਧੇਰੇ ਜਾਣਕਾਰੀ ਮਿਲੇਗੀ।
ਟੇਮਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ ਤੇ ਦੋਵੇਂ ਪਾਰਟੀਆਂ ਇੱਕ ਦੂਜੇ ਨੂੰ ਜਾਣਦੀਆਂ ਸਨ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਕੋਈ ਖਤਰਾ ਹੈ। ਦੱਸ ਦਈਏ ਕਿ ਗੋਲੀਬਾਰੀ ਦੇ ਮਗਰੋਂ ਪੁਲਿਸ ਵੱਲੋਂ ਇੱਥੇ ਲਾਕਡਾਊਨ ਲਗਾ ਦਿੱਤਾ ਗਿਆ ਸੀ, ਜਿਸ ਨੂੰ ਕਿ ਬਾਅਦ 'ਚ ਹਟਾ ਦਿੱਤਾ ਗਿਆ। ਓਨਟਾਰੀਓ ਦੇ ਕੈਥੋਲਿਕ ਟੀਚਰਸ ਵੱਲੋਂ ਪ੍ਰੋਵਿੰਸ ਪੱਧਰ ਉੱਤੇ ਹੜਤਾਲ ਕਰਨ ਲਈ ਅਕਤੂਬਰ 'ਚ ਵੋਟ ਪਾਈ ਜਾਵੇਗੀ। ਉਹਨਾਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਬਾਰਗੇਨਿੰਗ ਟੇਬਲ ਉੱਤੇ ਪ੍ਰੋਵਿੰਸ ਉਹਨਾਂ ਦੀ ਗੱਲਬਾਤ 'ਚ ਦਿਲਚਸਪੀ ਵਿਖਾਉਣ 'ਚ ਅਸਫਲ ਰਿਹਾ ਹੈ। ਓਨਟਾਰੀਓ ਇੰਗਲਿਸ਼ ਕੈਥੋਲਿਕ ਟੀਚਰਸ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ ਵੋਟਾਂ 18 ਤੇ 19 ਅਕਤੂਬਰ ਨੂੰ ਪੈਣਗੀਆਂ। OECD ਦੇ ਪ੍ਰੈਜ਼ੀਡੈਂਟ ਰੈਨੇ ਜੈਨਸਨ ਨੇ ਇੱਕ ਰਿਲੀਜ਼ 'ਚ ਆਖਿਆ ਕਿ ਇਸ ਸਮੇਂ ਅਸੀਂ ਗੱਲਬਾਤ ਦੇ ਨਾਜ਼ੁਕ ਮੋੜ ਉੱਤੇ ਪਹੁੰਚ ਚੁੱਕੇ ਹਾਂ। ਕੈਥੋਲਿਕ ਟੀਚਰਸ ਨੂੰ ਓਨਟਾਰੀਓ ਸਰਕਾਰ ਦੇ ਨੁਮਾਇੰਦਿਆਂ ਤੇ ਕੈਥੋਲਿਕ ਸਕੂਲ ਬੋਰਡਸ ਨਾਲ ਗੱਲਬਾਤ ਕਰਦਿਆਂ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅਸੀਂ ਇੱਕ ਅਜਿਹਾ ਟੀਚਾ ਮਿਥਣਾ ਚਾਹੁੰਦੇ ਹਾਂ ਜਿਸ ਵਿੱਚ ਸਾਰੇ ਵਿਦਿਆਰਥੀਆਂ, ਐਜੂਕੇਟਰਸ ਤੇ ਪਰਿਵਾਰਾਂ ਦਾ ਵੀ ਭਲਾ ਹੋਵੇ। ਜੈਨਸਨ ਨੇ ਆਖਿਆ ਕਿ ਸਿੱਖਿਆ ਮੰਤਰੀ ਸਟੀਫਨ ਲਿਚੇ ਵੱਲੋਂ ਵਾਰੀ-ਵਾਰੀ ਇਹ ਭਰੋਸਾ ਦਿਵਾਏ ਜਾਣ ਦੇ ਬਾਵਜੂਦ ਕਿ ਸਰਕਾਰ ਰੋਜ਼ਾਨਾ ਗੱਲਬਾਤ ਲਈ ਹਾਜ਼ਰ ਹੋਵੇਗੀ, ਸਾਡੀ ਐਸੋਸੀਏਸ਼ਨ ਨੂੰ ਮਹੀਨੇ 'ਚ 1 ਜਾਂ 2 ਦਿਨ ਹੀ ਗੱਲਬਾਤ ਲਈ ਦਿੱਤੇ ਜਾਂਦੇ ਨੇ। 440 ਦਿਨਾਂ ਵਿੱਚ 30 ਮੀਟਿੰਗਾਂ ਹੀ ਹੋਈਆਂ ਹੋਣਗੀਆਂ। ਉਹਨਾਂ ਦੱਸਿਆ ਕਿ ਇਸ ਸੰਬੰਧ 'ਚ ਉਹਨਾਂ ਵੱਲੋਂ ਓਨਟਾਰੀਓ ਲੇਬਰ ਰਿਲੇਸ਼ਨਸ ਬੋਰਡ 'ਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਯੂਨੀਅਨ ਦੇ ਪ੍ਰੈਜ਼ੀਡੈਂਟ ਦਾ ਕਹਿਣਾ ਹੈ ਕਿ ਹੜਤਾਲ ਸੰਬੰਧੀ VOTING ਦਰਮਿਆਨ ਬਾਰਗੇਨਿੰਗ ਚੱਲਦੀ ਰਹੇਗੀ। ਓਨਟਾਰੀਓ 'ਚ ਜਨਤਕ ਤੌਰ ਤੇ ਦਿੱਤੇ ਫੰਡਾਂ ਨਾਲ ਚਲਾਏ ਜਾਣ ਵਾਲੇ ਇੰਗਲਿਸ਼ ਕੈਥੋਲਿਕ ਸਕੂਲਾਂ ਦੇ 45,000 ਅਧਿਆਪਕਾਂ ਦੀ ਨੁਮਾਇੰਦਗੀ OECD ਵੱਲੋਂ ਕੀਤੀ ਜਾਂਦੀ ਹੈ। ਇਸ ਵਾਰੀ OECD ਨੇ ਹੜਤਾਲ ਸੰਬੰਧੀ ਵੋਟ ਲਈ ETFO ਨਾਲ ਹੱਥ ਮਿਲਾਇਆ ਹੈ। ਬ੍ਰਿਟਿਸ਼ ਕੋਲੰਬੀਆ ਦਾ ਡਾਊਨਟਾਊਨ ਪ੍ਰਿੰਸ ਜਾਰਜ ਮੰਗਲਵਾਰ ਨੂੰ ਹੋਏ ਇੱਕ ਜ਼ਬਰਦਸਤ ਧਮਾਕੇ ਨਾਲ ਦਹਿਲ ਗਿਆ। ਇਸ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ ਨੇ। ਪ੍ਰਿੰਸ ਜਾਰਜ RCMP ਮੁਤਾਬਕ ਇਹ ਧਮਾਕਾ ਸਵੇਰੇ ਕਰੀਬ 7 ਵਜੇ 4th ਐਵਨਿਊ ਤੇ ਡੋਮਿਨੀਅਨ ਸਟਰੀਟ ਦੇ ਨੇੜੇ ਇੱਕ ਖਾਲੀ ਇਮਾਰਤ 'ਚ ਹੋਇਆ। ਧਮਾਕੇ ਤੋਂ ਬਾਅਦ 3 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ 'ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਕਿ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀਆਂ ਆਵਾਜ਼ਾਂ ਪ੍ਰਿੰਸ ਜਾਰਜ ਸ਼ਹਿਰ 'ਚ ਦੂਰ-ਦੂਰ ਤੱਕ ਸੁਣਾਈ ਦਿੱਤੀਆਂ। ਧਮਾਕੇ ਤੋਂ ਬਾਅਦ ਪੂਰੀ ਇਮਾਰਤ 'ਚ ਅੱਗ ਲੱਗ ਗਈ ਤੇ ਕਾਲਾ ਧੂੰਆਂ ਅਸਮਾਨੀ ਚੜ੍ਹ ਗਿਆ। ਫਾਇਰ ਫਾਈਟਰਸ ਨੇ ਕਾਫੀ ਮੁਸ਼ੱਕਤ ਮਗਰੋਂ ਅੱਗ ਤੇ ਕਾਬੂ ਪਾਇਆ। ਇਸ ਸਬੰਧ 'ਚ ਗੱਲਬਾਤ ਕਰਦਿਆਂ RCMP ਅਧਿਕਾਰੀ ਜੈਨੀਫਰ ਕੂਪਰ ਨੇ ਕਿਹਾ ਕਿ ਇਹ ਅੰਦਾਜ਼ਾ ਲਗਾਉਣਾ ਫਿਲਹਾਲ ਜਲਦਬਾਜ਼ੀ ਹੋਵੇਗਾ ਕਿ ਇਹ ਧਮਾਕਾ ਸ਼ੱਕੀ ਸੀ ਜਾਂ ਨਹੀਂ। ਕੂਪਰ ਨੇ ਇੱਕ ਨਿਊਜ਼ ਰਿਲੀਜ਼ 'ਚ ਕਿਹਾ ਕਿ ਹਾਈਡਰੋ ਨੂੰ ਆਲੇ-ਦੁਆਲੇ ਦੇ ਖੇਤਰਾਂ ਲਈ ਬੰਦ ਕਰ ਦਿੱਤਾ ਗਿਆ ਤੇ ਇਹ ਅਣਮਿੱਥੇ ਸਮੇਂ ਲਈ ਇਸ ਤਰੀਕੇ ਨਾਲ ਰਹੇਗਾ। ਦੱਸ ਦਈਏ ਕਿ ਜਿਵੇਂ ਹੀ ਇਹ ਧਮਾਕਾ ਹੋਇਆ, ਇਸ ਮਗਰੋਂ ਛੇਤੀ ਹੀ ਸੋਸ਼ਲ ਮੀਡੀਆ ਤੇ ਇਸ ਦੀ ਵੀਡੀਓਜ਼ ਵਾਇਰਲ ਹੋਣ ਲੱਗੀਆਂ ਤੇ ਹਰ ਵਿਅਕਤੀ ਨੇ ਇਸ ਧਮਾਕੇ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ। ਉਧਰ RCMP ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਘਟਨਾ ਜਾਂ ਉਸ ਤੋਂ ਬਾਅਦ ਦੀ ਵੀਡੀਓ ਰਿਕਾਰਡ ਕੀਤੀ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਨ। ਉਧਰ ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਪ੍ਰਿੰਸ ਜਾਰਜ ਦੇ ਮੇਅਰ ਸਾਈਮਨ ਯੂ ਨੇ ਦੱਸਿਆ ਹੈ ਕਿ ਇਹ ਧਮਾਕਾ 1 ਮੰਜ਼ਲਾ ਪੁਰਾਣੇ ਰੈਸਟੋਰੈਂਟ 'ਚ ਹੋਇਆ, ਜਿਹੜਾ ਕਿ ਕੁਝ ਸਮੇਂ ਤੋਂ ਖਾਲੀ ਸੀ। ਉਹਨਾਂ ਦੱਸਿਆ ਕਿ ਧਮਾਕਾ ਸਵੇਰੇ 7 ਵਜੇ ਹੋਇਆ, ਜਿਹੜਾ ਕਿ ਕਾਫੀ ਹਿੰਸਕ ਸੀ। ਉਹਨਾਂ ਇਹ ਵੀ ਕਿਹਾ ਕਿ ਇਹ ਕੋਈ ਚੰਗੀ ਗੱਲ ਨਹੀਂ ਹੈ ਜੋ ਹੋ ਰਿਹਾ ਹੈ। ਅਸੀਂ ਸਥਿਤੀ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਹੇ ਹਾਂ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ। ਹਾਊਸਿੰਗ ਮਾਰਕੀਟ ਦੇ ਮੌਜੂਦਾ ਬੋਝ ਨੂੰ ਘੱਟ ਕਰਨ ਲਈ ਫੈਡਰਲ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਤੇ ਕਰ ਰਹੀ ਹੈ ਵਿਚਾਰ। ਸ਼ੌਨ ਫਰੇਜ਼ਰ ਮੁਤਾਬਕ ਅਜਿਹਾ ਵਿਦਿਆਰਥੀਆਂ ਦੀ ਸੌਖ ਲਈ ਕੀਤਾ ਜਾ ਰਿਹਾ ਹੈ। ਗ੍ਰੀਨ ਬੈਲਟ ਰਿਪੋਰਟ 'ਚ ਦੋਸ਼ ਲੱਗਣ ਤੋਂ ਬਾਅਦ ਓਨਟਾਰੀਓ ਦੇ ਹਾਊਸਿੰਗ ਮਿਨਿਸਟਰ ਦੇ ਚੀਫ ਆਫ ਸਟਾਫ ਵੱਲੋਂ ਅਸਤੀਫਾ, ਪ੍ਰੀਮੀਅਰ ਦੇ ਆਫਿਸ ਵੱਲੋਂ ਕੀਤੀ ਗਈ ਪੁਸ਼ਟੀ। ਕੈਨੇਡਾ ਸਰਕਾਰ ਨੇ ਅਮਰੀਕਾ ਵੱਲੋਂ ਕੈਨੇਡੀਅਨ ਸਾਫਟਵੁੱਡ ਲੰਬਰ ਤੇ ਡਿਊਟੀ ਲਗਾਉਣ ਦੇ ਤਾਜ਼ਾ ਫੈਸਲੇ ਦਾ ਕੀਤਾ ਵਿਰੋਧ। ਕੈਨੇਡਾ ਨੇ ਅਮਰੀਕਾ ਵੱਲੋਂ ਡਿਊਟੀਆਂ ਲਾਉਣ ਦੇ ਫੈਸਲੇ ਨੂੰ ਅਣਉਚਿਤ, ਗੈਰ ਵਾਜਬ ਤੇ ਗੈਰ ਕਾਨੂੰਨੀ ਕਿਹਾ। 3 ਟੀਨੇਜਰਸ ਨੇ ਰਿਚਮੰਡ ਹਿੱਲ ਫੋਨ ਸਟੋਰ ਨੂੰ ਬਣਾਉਟੀ ਹੈਂਡਗਨ ਵਿਖਾ ਕੇ ਲੁੱਟਿਆ। ਭੱਜਣ ਦੀ ਕੋਸ਼ਿਸ਼ ਕਰਦੇ ਹੋਇਆਂ ਉਹਨਾਂ ਦੀ ਚੋਰੀ ਦੀ ਗੱਡੀ 2 ਵਾਰ ਹੋਈ ਹਾਦਸਾਗ੍ਰਸਤ।